ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੇਠ ਦਾਮੋਦਰ ਨੂੰ ਪੁੱਤਰਾਂ ਦੀ ਬਖਸ਼ਿਸ਼। ਪਟਨੇ ਵਿੱਚ ਦਾਮੋਦਰ ਨਾਂ ਦਾ ਇੱਕ ਸੇਠ ਰਹਿੰਦਾ ਸੀ, ਜਿਸ ਨੇ ਯਾਤਰੂਆਂ ਦੇ ਸੈਰ ਲਈ ਗੰਗਾ ਕਿਨਾਰੇ ਕਈ ਕਿਸ਼ਤੀਆਂ ਬਣਾਈਆਂ ਹੋਈਆਂ ਸਨ ਅਤੇ ਇਹਨਾਂ ਦੇ ਚਲਾਉਣ ਲਈ ਅਤੇ ਯਾਤਰੂਆਂ ਨੂੰ ਦਰਿਆ ਦੀ ਸੈਰ ਲਈ ਕਈ ਮਲਾਹ ਰੱਖੇ ਹੋਏ ਸਨ। ਕਈ ਵਾਰੀ ਲੌਡੇ ਵੇਲੇ ਕਲਗੀਆਂ ਵਾਲੇ ਪ੍ਰੀਤਮ ਜੀ ਆਪਣੀ ਖੇਡ ਤੋਂ ਵਿਹਲੇ ਹੋ ਕੇ ਆਪਣੇ ਹਾਣੀ ਬਾਲਕਾਂ ਸਣੇ ਕਿਸੇ ਬੇੜੀ ਵਿੱਚ ਜਾ ਬੈਠਦੇ ਅਤੇ ਦਰਿਆ ਕਿਨਾਰੇ ਬੱਜੀ ਬੇੜੀ ਦੇ ਹਿੱਲਣ ਕਰਕੇ ਉਸ ਦੇ ਹੁਲਾਰਿਆਂ ਦਾ ਆਨੰਦ ਲੈਂਦੇ। ਕਿਸੇ ਦਿਨ ਮਾਮਾ ਕਿਰਪਾਲ ਚੰਦ ਜੀ ਮਲਾਹ ਨੂੰ ਪੈਸੇ ਦੇ ਕੇ ਸਾਰੇ ਬਾਲਕਾਂ ਨੂੰ ਦਰਿਆ ਦੀ ਸੈਰ ਕਰਵਾ ਦਿੰਦੇ। ਇੱਕ ਦਿਨ ਦਮੋਦਰ ਅਤੇ ਉਸ ਦੀ ਪਤਨੀ ਵੀ ਦਰਿਆ ਕਿਨਾਰੇ ਸੈਰ ਲਈ ਆਏ ਅਤੇ ਕਲਗੀਆਂ ਵਾਲੇ ਪ੍ਰੀਤਮ ਜੀ ਨੂੰ ਆਪਣੇ ਹਾਣੀਆਂ ਸਣੇ ਆਪਣੀ ਇੱਕ ਬੇੜੀ ਵਿੱਚ ਬੈਠਿਆਂ ਦੇਖ ਕੇ ਬੜੇ ਪ੍ਰਸੰਨ ਹੋਏ। ਉਸ ਦੀ ਪਤਨੀ ਨੇ ਸੁਣਿਆ ਹੋਇਆ ਸੀ ਕਿ ਕਲਗੀਆਂ ਵਾਲੇ ਪ੍ਰੀਤਮ ਜੀ ਦੇ ਮੂੰਹੋਂ ਜੋ ਬਚਨ ਨਿਕਲਦੇ ਹਨ ਉਹ ਪੂਰੇ ਹੁੰਦੇ ਹਨ। ਉਹ ਬੀਬੀ ਇਹ ਸ਼ੁਭ ਸਮਾਂ ਜਾਣ ਕੇ ਬੜੇ ਪਿਆਰ ਅਤੇ ਸ਼ਰਧਾ ਨਾਲ ਆਈ ਅਤੇ ਆ ਕੇ ਉਸੇ ਬੇੜੀ ਵਿੱਚ ਬੈਠ ਗਈ ਜਿਸ ਵਿੱਚ ਗੋਬਿੰਦ ਰਾਏ ਜੀ ਆਪਣੇ ਹਾਣੀਆਂ ਸਣੇ ਬੈਠੇ ਸਨ। ਇਸ ਬੀਬੀ ਦੇ ਦਿਲ ਅੰਦਰ ਲਾਲਸਾ ਸੀ ਕਿ ਉਹ ਗੱਲਾਂ ਵਿੱਚ ਹੀ ਚੋਜੀ ਪ੍ਰੀਤਮ ਜੀ ਦੇ ਮੂੰਹੋਂ ਇਹ ਵਰ ਲੈ ਲਏਗੀ ਕਿ ਉਸ ਦੇ ਘਰ ਇੱਕ ਸੁੰਦਰ ਬਾਲਕ ਹੋ ਜਾਵੇ। ਪਰ ਚੋਜੀ ਪ੍ਰੀਤਮ ਜੀ ਦੇ ਚੋਜ ਨਿਰਾਲੇ ਸਨ। ਜਿਸ ਸਮੇਂ ਉਹ ਬੀਬੀ ਉਸ ਬੇੜੀ ਵਿੱਚ ਆ ਕੇ ਇਹਨਾਂ ਦੇ ਕੋਲ ਬੈਠੀ ਤਾਂ ਇਹ ਆਪ ਝੱਟ ਛਾਲ ਮਾਰ ਕੇ ਬੇੜੀ ਵਿੱਚੋਂ ਬਾਹਰ ਆ ਗਏ ਅਤੇ ਨਾਲ ਹੀ ਆਪ ਦੇ ਹਾਣੀ ਵੀ ਛਾਲਾਂ ਮਾਰ ਕੇ ਬਾਹਰ ਆ ਖੜ੍ਹੇ ਹੋਏ। ਕਲਗੀਆਂ ਵਾਲੇ ਪ੍ਰੀਤਮ ਜੀ ਦੇ ਕਹਿਣ 'ਤੇ ਸਾਰੇ ਜਣੇ ਆਪਣੇ ਆਪਣੇ ਰਾਹ ਪਏ। ਮਾਮਾ ਕਿਰਪਾਲ ਚੰਦ ਜੀ ਇਹ ਕੌਤਕ ਦੇਖ ਕੇ ਹੈਰਾਨ ਰਹਿ ਗਏ। ਅਗਲੇ ਦਿਨ ਸਵੇਰ ਦੀ ਖੇਡ ਤੋਂ ਮਗਰੋਂ ਜਦੋਂ ਗੋਬਿੰਦ ਰਾਏ ਜੀ ਘਰ ਪਹੁੰਚੇ ਤਾਂ ਉਹ ਬੀਬੀ ਮਠਿਆਈਆਂ ਦਾ ਥਾਲ ਲੈ ਕੇ ਮਾਤਾ ਨਾਨਕੀ ਜੀ ਦੀ ਹਜ਼ੂਰੀ ਵਿੱਚ ਆ ਬੈਠੀ ਅਤੇ ਚਰਨੀ ਹੱਥ ਲਾ ਕੇ ਬੇਨਤੀ ਕਰਨ ਲੱਗੀ ਕਿ ਮਾਤਾ ਜੀ ਮੇਰੇ ਘਰ ਔਲਾਦ ਨਹੀਂ, ਬੜੇ ਇਲਾਜ ਵੀ ਕਰਵਾਏ ਹਨ, ਕਈ ਪ੍ਰਕਾਰ ਦੇ ਯਤਨ ਵੀ ਕੀਤੇ ਹਨ, ਜੇ ਆਪ ਕਿਰਪਾ ਕਰੋ ਤਾਂ ਗੋਬਿੰਦ ਰਾਏ ਜੀ ਪਾਸੋਂ ਇੱਕ ਵਾਰੀ ਅਖਵਾ ਦਿਓ ਕਿ ਮੇਰੇ ਘਰ ਵੀ ਪੁੱਤਰ ਹੋਵੇਗਾ। ਮਾਤਾ ਜੀ ਨੂੰ ਇਸ ਬੀਬੀ 'ਤੇ ਤਰਸ ਆ ਗਿਆ ਅਤੇ ਆਪਣੇ ਲਾਲ ਜੀ ਨੂੰ ਆਪਣੇ ਪਾਸ ਬੁਲਾ ਕੇ ਬੜੇ ਪਿਆਰ ਨਾਲ ਕਿਹਾ, ਗੋਬਿੰਦ ਜੀ ਤੁਸੀਂ ਇਸ ਬੀਬੀ ਨੂੰ ਕਹਿ ਦਿਓ ਕਿ ਇਹਨਾਂ ਦੇ ਘਰ ਵੀ ਇੱਕ ਕਾਕਾ ਹੋਵੇਗਾ। ਪਤਾ ਨਹੀਂ ਉਸ ਸਮੇਂ ਕੀ ਖਿਆਲ ਆਇਆ, ਗੋਬਿੰਦ ਜੀ ਅੱਖਾਂ ਬੰਦ ਕਰਕੇ ਚੁੱਪਚਾਪ ਖੜ੍ਹੇ ਹੋ ਗਏ। ਘੜੀ ਕੁ ਮਗਰੋਂ ਅੱਖਾਂ ਖੋਲ੍ਹੀਆਂ ਅਤੇ ਕਹਿਣ ਲੱਗੇ, ਅਜੇ ਕਾਕਾ ਨਹੀਂ ਹੋਵੇਗਾ। ਇਹ ਸੁਣ ਕੇ ਮਾਤਾ ਜੀ ਅਤੇ ਉਹ ਬੀਬੀ ਜੀ ਚੁੱਪ ਕਰ ਗਏ। ਅੰਤ ਬੀਬੀ ਜੀ ਉਦਾਸ ਹੋ ਕੇ ਵਾਪਸ ਚਲੇ ਗਏ। ਤਰਕਾਲਾਂ ਸਮੇਂ ਜਦੋਂ ਗੋਬਿੰਦ ਰਾਏ ਜੀ ਗੰਗਾ ਕਿਨਾਰਿਓਂ ਸੈਰ ਕਰਕੇ ਵਾਪਸ ਮੁੜੇ ਤਾਂ ਬੀਬੀ ਜੀ ਵੀ ਉਹਨਾਂ ਦੇ ਪਾਸ ਆ ਗਏ ਅਤੇ ਮੁੜ ਕੇ ਉਹ ਬੇਨਤੀ ਕਰਨ ਲੱਗੇ। ਕਲਗੀਆਂ ਵਾਲੇ ਪ੍ਰੀਤਮ ਜੀ ਕਹਿਣ ਲੱਗੇ, ਤੁਹਾਡੇ ਕੋਲ ਬੇੜੀਆਂ ਹੈਗੀਆਂ ਨੇ, ਇੱਕ ਸਾਨੂੰ ਦੇ ਦਿਓ, ਅਸੀਂ ਸੈਰ ਕਰਿਆ ਕਰਾਂਗੇ। ਬੀਬੀ ਜੀ ਨੇ ਕਿਹਾ ਕਿ ਇੱਕ ਛੱਡ ਕੇ ਤੁਸੀਂ ਦੋ ਲੈ ਲਓ ਅਤੇ ਰੋਜ਼ ਸੈਰ ਕਰਿਆ ਕਰੋ। ਮੈਂ ਮਲਾਹ ਨੂੰ ਕਹਿ ਦਿਆਂਗੀ ਕਿ ਉਹ ਇੱਕ ਬੇੜੀ ਤੁਹਾਡੇ ਲਈ ਵੱਖਰੀ ਸਜਾ ਕੇ ਰੱਖਿਆ ਕਰੇ ਅਤੇ ਤੁਹਾਨੂੰ ਹਰ ਰੋਜ਼ ਸੈਰ ਕਰਾਇਆ ਕਰੇ। ਸਾਡੇ ਸਾਥੀਆਂ ਨੂੰ ਵੀ ਬਾਲਾ ਪ੍ਰੀਤਮ ਜੀ ਬੋਲੇ। ਬੀਬੀ ਜੀ ਅਤੇ ਮਾਤਾ ਜੀ ਹੱਸ ਪਏ ਅਤੇ ਬੀਬੀ ਜੀ ਬੋਲੇ, ਸਾਰਿਆਂ ਨੂੰ ਹੀ? ਹਾਂ ਜੀ, ਫਿਰ ਤੁਹਾਡੇ ਘਰ ਵੀ ਕਾਕਾ ਹੋਵੇਗਾ, ਉਹ ਵੀ ਵੱਡਾ ਹੋ ਕੇ ਸਾਡੇ ਨਾਲ ਹੀ ਖੇਲੇਗਾ, ਫਿਰ ਹੋਰ ਹੋਵੇਗਾ, ਫਿਰ ਹੋਰ ਹੋਵੇਗਾ। ਕਲਗੀਆਂ ਵਾਲੇ ਪ੍ਰੀਤਮ ਜੀ ਨੇ ਸਹਿਜ ਸੁਭਾਅ ਵਰ ਦਿੱਤਾ। ਬੀਬੀ ਜੀ ਇਹ ਵਰ ਲੈ ਕੇ ਬੜੇ ਪ੍ਰਸੰਨ ਹੋਏ। ਉਹਨਾਂ ਨੇ ਆਪਣੇ ਪਤੀ ਸੇਠ ਦਾਮੋਦਰ ਜੀ ਨੂੰ ਸਾਰੀ ਗੱਲ ਸੁਣਾਈ। ਸੇਠ ਜੀ ਨੇ ਅਗਲੇ ਦਿਨ ਹੀ ਸੋਹਣੇ ਸੋਹਣੇ ਫੁੱਲਾਂ ਵਾਲੇ ਕੱਪੜੇ ਮੰਗਵਾ ਕੇ ਇੱਕ ਬੇੜੀ ਚੰਗੀ ਤਰ੍ਹਾਂ ਸਜਾ ਦਿੱਤੀ। ਵਿਚਕਾਰ ਕਲਗੀਧਰ ਪ੍ਰੀਤਮ ਜੀ ਦੇ ਬੈਠਣ ਲਈ ਇੱਕ ਸ਼ਾਨਦਾਰ ਗੱਦੀ ਵਾਲੀ ਕੁਰਸੀ ਲਗਵਾ ਦਿੱਤੀ
ਤੇ ਬਾਕੀ ਬਾਲਕਾਂ ਦੇ ਬੈਠਣ ਲਈ ਵੀ ਚੰਗੀ ਤਰ੍ਹਾਂ ਪ੍ਰਬੰਧ ਕਰ ਦਿੱਤਾ। ਇੱਕ ਮਲਾਹ ਨੂੰ ਹੁਕਮ ਕਰ ਦਿੱਤਾ ਕਿ ਜਿਸ ਸਮੇਂ ਇਹ ਕਲਗੀਧਰ ਪ੍ਰੀਤਮ ਜੀ ਆ ਕੇ ਹੁਕਮ ਕਰਨ ਤੇ ਇਹ ਬੇੜੀ ਫੌਰਨ ਉਹਨਾਂ ਦੇ ਪੇਸ਼ ਕਰ ਦਿੱਤੀ ਜਾਵੇ। ਇਸ ਵਿੱਚ ਹੋਰ ਕੋਈ ਨਾ ਆ ਕੇ ਬੈਠੇ। ਇਹ ਬੇੜੀ ਸਿਰਫ ਇਹਨਾਂ ਲਈ ਤੇ ਇਹਨਾਂ ਦੇ ਸਾਥੀਆਂ ਲਈ ਹੀ ਨਿਯਤ ਕਰ ਦਿੱਤੀ ਜਾਵੇ। ਜਦੋਂ ਲੋਡੇ ਵੇਲੇ ਕਲਗੀਧਰ ਪ੍ਰੀਤਮ ਜੀ ਮਾਮਾ ਕਿਰਪਾਲ ਚੰਦ ਜੀ ਨਾਲ ਗੰਗਾ ਕਿਨਾਰੇ ਗਏ ਤਾਂ ਸੇਠ ਦਮੋਦਰ ਤੇ ਉਸਦੀ ਧਰਮ ਪਤਨੀ ਜੀ ਵੀ ਆਏ। ਉਹਨਾਂ ਨੇ ਬੜੇ ਸਤਿਕਾਰ ਨਾਲ ਕਲਗੀਧਰ ਪ੍ਰੀਤਮ ਤੇ ਮਾਮਾ ਕਿਰਪਾਲ ਚੰਦ ਜੀ ਦੇ ਗਲ ਸਿਹਰੇ ਪਾ ਕੇ ਇਹਨਾਂ ਨੂੰ ਉਸ ਬੇੜੀ ਵਿੱਚ ਜਾ ਬਿਠਾਇਆ ਜੋ ਇਹਨਾਂ ਲਈ ਸਜਾਈ ਗਈ ਸੀ। ਸ਼੍ਰੀ ਕਲਗੀਧਰ ਪ੍ਰੀਤਮ ਜੀ ਬੋਲੇ, ਸਾਡੇ ਸਾਥੀਆਂ ਲਈ ਵੀ ਸਿਹਰੇ ਮੰਗਾਓ। ਉਹਨਾਂ ਲਈ ਵੀ ਸਿਹਰੇ ਮੰਗਵਾਏ ਗਏ। ਸਾਰੇ ਬਾਲਕਾਂ ਦੇ ਗਲ ਸਿਹਰੇ ਪਾ ਕੇ ਬੇੜੀ ਦੀ ਸੈਰ ਕਰਵਾਈ। ਹੁਣ ਪ੍ਰੀਤਮ ਜੀ ਨੇ ਵਰ ਦਿੱਤਾ ਕਿ ਉਹਨਾਂ ਦੇ ਘਰ 5 ਪੁੱਤਰ ਹੋਣਗੇ। ਸੋ ਕਰਤਾਰ ਸਿਰਜਣਹਾਰ ਦੀ ਅਪਾਰ ਕਿਰਪਾ ਨਾਲ ਉਹਨਾਂ ਦੇ ਘਰ ਵਰੇ ਮਗਰੋਂ ਹੀ ਇੱਕ ਸੁੰਦਰ ਬਾਲਕ ਨੇ ਜਨਮ ਲਿਆ। ਇਸ ਤਰ੍ਹਾਂ ਬਾਲਾ ਪ੍ਰੀਤਮ ਜੀ ਦਾ ਵਰ ਸੱਚਾ ਹੋਇਆ ਤੇ ਸੇਠ ਦਾਮੋਦਰ ਜੀ ਦੀ ਧਰਮ ਪਤਨੀ ਦੀ ਕੁੱਖੋਂ 5 ਬਾਲਕ ਹੋਏ। ਇਹਨਾਂ ਦਾ ਸਾਰਾ ਪਰਿਵਾਰ ਹੀ ਗੁਰੂ ਘਰ ਦਾ ਸ਼ਰਧਾਲੂ ਹੋ ਗਿਆ। ਕੋਹੜੀ ਨੂੰ ਦੇਹ ਅਰੋਗਤਾ ਬਖਸ਼ਣੀ। ਪਟਨੇ ਵਿੱਚ ਇੱਕ ਕੋਹੜੀ ਸੀ ਜੋ ਜ਼ਿੰਦਗੀ ਤੋਂ ਡਾਢਾ ਲਾਚਾਰ ਸੀ। ਉਸ ਦੇ ਨੇੜੇ ਕੋਈ ਨਹੀਂ ਸੀ ਲੱਗਦਾ। ਗਲੀਆਂ ਬਾਜ਼ਾਰਾਂ ਵਿੱਚ ਬਹਿੰਦਾ ਤਾਂ ਲੋਕ ਉਸ ਤੋਂ ਨਫ਼ਰਤ ਕਰਨ ਲੱਗਦੇ ਤੇ ਉਸ ਦੀ ਛੂਤ ਤੋਂ ਡਰਦੇ। ਵਿਚਾਰਾ ਦੁੱਖਾਂ ਦਾ ਮਾਰਿਆ ਬਾਹਰ ਦਰਿਆ ਦੇ ਕਿਨਾਰੇ ਜਾਂਦਾ, ਪਰ ਉੱਥੇ ਉਸ ਨੂੰ ਦੂਰ ਹੀ ਜਾਣਾ ਪੈਂਦਾ। ਇੱਕ ਵਾਰ ਇਹ ਕੋਹੜੀ ਦਰਿਆ ਕਿਨਾਰੇ ਬੈਠਾ ਸੀ ਕਿ ਬਾਲਾ ਪ੍ਰੀਤਮ ਜੀ ਬਾਲਕਾਂ ਦੀ ਫੌਜ ਨਾਲ ਖੇਡਦੇ ਖੇਡਦੇ ਉੱਧਰ ਆ ਗਏ। ਉਸ ਕੋਹੜੀ ਦੇ ਜ਼ਖਮ ਸਨ ਤੇ ਉਹ ਜ਼ਖਮਾਂ 'ਤੇ ਪਾਣੀ ਪੈਣ ਦੇ ਡਰ ਤੋਂ ਕਿਨਾਰੇ ਤੋਂ ਜ਼ਰਾ ਦੂਰ ਹੀ ਬੈਠਦਾ ਸੀ। ਕੋਹੜੀ ਦੇ ਕੋਲ ਇੱਕ ਸੋਟੀ ਸੀ ਤੇ ਉਹ ਸੋਟੀ ਦੇ ਸਹਾਰੇ ਹੀ ਇੱਧਰ ਉੱਧਰ ਆਉਂਦਾ ਜਾਂਦਾ ਸੀ। ਉਸ ਉੱਤੇ ਚੋਜੀ ਗੁਰੂ ਬਾਲਕ ਨੂੰ ਤਰਸ ਆ ਗਿਆ। ਉਹਨਾਂ ਨੇ ਇੱਕ ਬਾਲਕ ਨੂੰ ਇਸ਼ਾਰਾ ਕੀਤਾ ਕਿ ਇਸ ਦੀ ਸੋਟੀ ਚੁੱਕ ਲਵੋ। ਬਾਲਕ ਨੇ ਸੋਟੀ ਚੁੱਕ ਲਈ ਤੇ ਦਰਿਆ ਵੱਲ ਵਗਾਹ ਮਾਰੀ ਤੇ ਕਿਹਾ, ਲਓ ਬਈ ਇਸ ਨੂੰ ਫੜੋ। ਬਾਲਕ ਸੋਟੀ ਨੂੰ ਸੁੱਟਣ ਤੇ ਫੜਨ ਦੀ ਖੇਡ ਲੱਗ ਗਏ। ਕੋਹੜੀ ਕਲਪਣ ਲੱਗ ਗਿਆ। ਉਹ ਵੱਧ ਘੱਟ ਬੋਲਦਾ ਦਰਿਆ ਵੱਲ ਅੱਗੇ ਵਧਿਆ ਕਿ ਬਾਲਕਾਂ ਕੋਲੋਂ ਸੋਟੀ ਲਵੇ। ਜਿਉਂ ਹੀ ਉਹ ਅੱਗੇ ਵਧਿਆ, ਬਾਲਕ ਸਾਹਿਬਜ਼ਾਦਾ ਜੀ ਨੇ ਉਸ ਉੱਤੇ ਪਾਣੀ ਦੇ 2-4 ਬੁੱਕ ਸੁੱਟ ਦਿੱਤੇ। ਕੋਹੜੀ ਤਾਂ ਡਰਦਾ ਸੀ ਤੇ ਦੁਖੀ ਸੀ। ਉਹ ਦਰਦ ਨਾਲ ਹਰ ਵੇਲੇ ਕਰਾਉਂਦਾ ਰਹਿੰਦਾ ਸੀ। ਉਹ ਵੱਧ ਘੱਟ ਬੋਲਣ ਹੀ ਲੱਗਾ ਸੀ ਕਿ ਪਾਣੀ ਪੈਂਦੇ ਹੀ ਉਸ ਦੀ ਦਰਦ ਰੁਕ ਗਈ। ਉਸ ਦਾ ਬੋਲ ਕੁਬੋਲ ਮੂੰਹ ਵਿੱਚ ਹੀ ਰੁਕ ਗਿਆ, ਪਰ ਝੱਟ ਹੀ ਉਸ ਦੀ ਦਰਦ ਬਿਲਕੁਲ ਹਟ ਗਈ। ਉਹ ਬੋਲਿਆ, ਹੇ ਗੁਰੂ ਬਾਲਕ, ਤੇਰਾ ਭਲਾ ਹੋਵੇ, ਮੇਰੇ ਉੱਤੇ ਹੋਰ ਪਾਣੀ ਸੁੱਟ। ਤੇਰੇ ਪਾਣੀ ਸੁੱਟਣ ਨੇ ਮੇਰੀ ਦਰਦ ਹਟਾ ਦਿੱਤੀ ਹੈ। ਇੰਨੇ ਚਿਰ ਨੂੰ ਸਾਰੇ ਬਾਲਕ ਤੇ ਹੋਰ ਅਨੇਕਾਂ ਲੋਕ ਵੀ ਉੱਥੇ ਆ ਗਏ। ਕੋਹੜੀ ਦੇ ਹੱਥ ਜੁੜੇ ਹੋਏ ਸਨ। ਉਸ ਵੇਲੇ ਗੁਰੂ ਬਾਲਕ ਨੇ ਜਿਹੜੀ ਗੱਲ ਕੋਹੜੀ ਨੂੰ ਕਹੀ, ਉਸ ਨੂੰ ਸੁਣ ਕੇ ਸਾਰੇ ਹੀ ਦੰਗ ਰਹਿ ਗਏ। ਗੁਰੂ ਬਾਲਕ ਨੇ ਤੋਤਲੀ ਜ਼ਬਾਨ ਨਾਲ ਕੋਹੜੀ ਨੂੰ ਕਿਹਾ, ਉਹ ਭਲਿਆ, ਜਾ, ਤੇਰੇ ਕਰਮ ਰੋਗ ਪ੍ਰਭੂ ਨੇ ਹਟਾ ਦਿੱਤੇ ਹਨ। ਜਾ, ਉਸ ਰੋਗ ਲਾਉਣ ਵਾਲੇ ਤੇ ਰੋਗ ਮਿਟਾਉਣ ਵਾਲੇ ਪ੍ਰਭੂ ਦਾ ਸਿਮਰਨ ਕਰਿਆ ਕਰ। ਵੱਧ ਘੱਟ ਬੋਲਣਾ ਛੱਡ ਦੇ। ਇੱਕੋ ਪ੍ਰਭੂ ਦਾ ਆਸਰਾ ਲੈ, ਉਸ ਦਾ ਨਾਮ ਜਪ, ਤੇਰਾ ਹੋਰ ਵੀ ਭਲਾ ਹੋ ਜਾਵੇਗਾ। ਦੁਖੀ ਮਾਂ ਦੀ ਪੁਕਾਰ। ਗੁਰੂ ਬਾਲਕ ਦੇ ਇਸ ਕੌਤਕ ਦੀ ਸਾਰੇ ਸ਼ਹਿਰ ਵਿੱਚ ਧੁੰਮ ਪੈ ਗਈ। ਲੋਕ ਪੌੜੀ ਨੂੰ ਠੀਕ ਠਾਕ ਵੇਖਣ ਤੇ ਫਿਰ ਸਾਹਿਬਜ਼ਾਦਾ ਜੀ ਨੂੰ ਆ ਨਮਸਕਾਰਾਂ ਕਰਨ।
ਇਹ ਗੱਲ ਇੱਕ ਮਾਈ ਨੇ ਵੀ ਸੁਣ ਲਈ, ਜੋ ਪਟਨੇ ਤੋਂ ਕੁਝ ਮੀਲਾਂ ਦੀ ਵਿੱਥ 'ਤੇ ਇੱਕ ਪਿੰਡ ਵਿੱਚ ਰਹਿੰਦੀ ਸੀ। ਉਸ ਦਾ ਇੱਕੋ ਇੱਕ ਪੁੱਤਰ ਸੀ, ਜੋ ਚਿਰਾਂ ਤੋਂ ਬਿਮਾਰ ਸੀ ਤੇ ਬਿਮਾਰੀ ਨਾਲ ਸੁੱਕ ਕੇ ਤੀਲੇ ਵਾਂਗੂ ਹੋ ਗਿਆ ਸੀ। ਉਹ ਮਾਤਾ ਆਪਣੇ ਸੁੱਕੇ ਤੇ ਬਿਮਾਰ ਪੁੱਤਰ ਨੂੰ ਚੁੱਕ ਕੇ ਪਟਨੇ ਲੈ ਆਈ। ਲੋਕਾਂ ਕੋਲ ਪੁੱਛਿਆ ਤਾਂ ਉਹਨਾਂ ਕਿਹਾ, ਗੰਗਾ ਕਿਨਾਰੇ ਚਲੀ ਜਾ, ਉੱਥੇ ਗੁਰੂ ਬਾਲਕ ਬਾਲਕਾਂ ਨਾਲ ਖੇਡਦੇ ਖੇਡਦੇ ਆ ਜਾਣਗੇ। ਤਾਂ ਉਸ ਵੇਲੇ ਆਪਣੀ ਗੱਲ ਕਹੀ। ਹੁਣ ਉਹਨਾਂ ਤੇਰੀ ਗੱਲ ਨਹੀਂ ਸੁਣੀ। ਮਾਤਾ ਪੁੱਤਰ ਨੂੰ ਲੈ ਕੇ ਗੰਗਾ ਕਿਨਾਰੇ ਆ ਗਈ। ਜਦ ਬਾਲ ਗੁਰੂ ਬਾਲਕਾਂ ਨਾਲ ਖੇਡਦੇ ਖੇਡਦੇ ਗੰਗਾ ਕਿਨਾਰੇ ਆ ਪੁੱਜੇ ਤਾਂ ਉਸ ਮਾਤਾ ਨੇ ਅੱਗੇ ਹੋ ਕੇ ਵਗਦੇ ਹੰਝੂਆਂ ਨਾਲ ਆਪਣੇ ਪੁੱਤਰ ਦੀ ਬਿਮਾਰੀ ਦਾ ਹਾਲ ਦੱਸਿਆ। ਮੇਰੇ ਇਸ ਪੁੱਤਰ ਨੂੰ ਦੇ ਅਰੋਗਤਾ ਬਖਸ਼ੋ। ਮਾਈ ਨੇ ਤਰਲੇ ਲੈਣੇ ਸ਼ੁਰੂ ਕਰ ਦਿੱਤੇ। ਬਾਲਕਾਂ ਦੇ ਅੱਗੇ ਪਿੱਛੇ ਹੋ ਕੇ ਕਈ ਵਾਰ ਇਹ ਗੱਲ ਗੁਰੂ ਬਾਲਕ ਨੂੰ ਕਹੀ। ਹੱਡੀਆਂ ਦੀ ਮੁੱਠ ਹੋਏ ਬਾਲਕ ਨੂੰ ਦਿਖਾਇਆ। ਬਾਲਾ ਪ੍ਰੀਤਮ ਦੇ ਹਿਰਦੇ ਨੂੰ ਮਾਤਾ ਦੇ ਕੀਰਨਿਆਂ ਨੇ ਦਰਵ ਦਿੱਤਾ। ਕਹਿਣ ਲੱਗੇ, ਮਾਂ ਜੀ, ਇਸ ਨੂੰ ਗੰਗਾ ਦੇ ਜਲ ਵਿੱਚ ਨਵਾਓ, ਤੁਹਾਡਾ ਪੁੱਤਰ ਠੀਕ ਹੋ ਜਾਵੇਗਾ। ਮਾਂ ਦਵਾਈਆਂ ਤੇ ਦਾਰੂ ਕਰ ਕਰ ਥੱਕ ਚੁੱਕੀ ਸੀ। ਜਿਸ ਨੇ ਮਾਈ ਨੂੰ ਗੁਰੂ ਬਾਲਕ ਕੋਲ ਜਾਣ ਦੀ ਦੱਸ ਪਾਈ ਸੀ, ਕਿਹਾ ਸੀ, ਵੇਖੀ, ਉਸ ਦੇ ਬਚਨਾਂ ਵਿੱਚ ਹੀ ਸਭ ਤਾਕਤ ਹੈ, ਕਿਤੇ ਉਸ ਦੇ ਕਹੇ ਨੂੰ ਐਵੇਂ ਨਾ ਸੁੱਟ ਪਾਈ। ਜਿਵੇਂ ਕਹਿਣ ਉਵੇਂ ਹੀ ਕਰੀ। ਸੋ ਮਾਤਾ ਨੇ ਝੱਟ ਹੀ ਪੁੱਤਰ ਨੂੰ ਗੰਗਾ ਦੇ ਜਲ ਵਿੱਚ ਟੁੱਬਾ ਲਵਾ ਲਿਆ। ਮਾਤਾ ਟੁੱਬਾ ਲਵਾ ਕੇ ਪੁੱਤਰ ਨੂੰ ਘਰ ਲੈ ਆਈ। ਬਸ ਫਿਰ ਕੀ ਸੀ, ਅੱਜ ਹੋਰ ਤੇ ਕੱਲ੍ਹ ਹੋਰ ਹੁੰਦਾ। 15 ਦਿਨਾਂ ਵਿੱਚ ਹੀ ਉਸ ਦਾ ਪੁੱਤਰ ਠੀਕ ਠਾਕ ਹੋ ਗਿਆ।